ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਸੁਨਹਿਰੀ ਸਵੇਰ ਪੰਜਾਬੀ ਪਾਠਮਾਲਾ ਭਾਗ 7 ਵਿੱਚ ਦਰਜ ਕਹਾਣੀ ਜੋ ਬੀਜੋਗੇ ਉਹੀ ਪਾਓਗੇ ਪਾਠ 5 ਪੰਨਾ ਨੰਬਰ 34 ਪੜ੍ਹਾਂਗੇ। ਅਸੀਂ ਕੱਲ ਪੜ੍ਹਿਆ ਸੀ ਕਿ ਇੱਕ ਕਿਸਾਨ ਸਾਰੀ ਉਮਰ ਆਪਣੇ ਪੁੱਤਰਾਂ ਨੂੰ ਚੰਗੀ ਸਿੱਖਿਆ ਦਿੰਦਾ ਹੈ ਅਤੇ ਆਪਣੇ ਅੰਤਮ ਸਮੇਂ ਵਿੱਚ ਵੀ ਆਪਣੇ ਪੁੱਤਰਾਂ ਨੂੰ ਰਲ ਮਿਲ ਕੇ ਰਹਿਣ ਦੀ ਸਲਾਹ ਦਿੰਦਾ ਹੈ। ਪਰੰਤੂ ਵੱਡਾ ਪੁੱਤਰ ਹੰਕਾਰੀ ਹੋਣ ਕਾਰਨ ਆਪਣੇ ਪਿਤਾ ਦੀਆਂ ਸਿੱਖਿਆਵਾਂ ਉੱਤੇ ਕੋਈ ਅਮਲ ਨਹੀਂ ਕਰਦਾ ਅਤੇ ਆਪਣੇ ਛੋਟੇ ਭਰਾ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਹੈ। ਉਧਰ ਛੋਟਾ ਭਰਾ ਆਪਣੀ ਮਿਹਨਤ ਸਦਕਾ ਚੰਗਾ ਧਨ ਕਮਾ ਲੈਂਦਾ ਹੈ, ਪਰੰਤੂ ਇੱਕ ਸਾਲ ਵਰਖਾ ਨਾ ਹੋਣ ਕਾਰਨ ਉਸ ਦੀ ਝੋਨੇ ਦੀ ਫਸਲ ਮਰ ਜਾਂਦੀ ਹੈ ਤਾਂ ਉਹ ਆਪਣੇ ਵੱਡੇ ਭਰਾ ਕੋਲ ਸਹਾਇਤਾ ਮੰਗਣ ਲਈ ਜਾਂਦਾ ਹੈ, ਪਰ ਉਹ ਉਸਦੇ ਇਨਕਾਰ ਕਰਨ 'ਤੇ ਉਦਾਸ ਹੋਇਆ ਆਪਣੇ ਘਰ ਵੱਲ ਨੂੰ ਤੁਰ ਪੈਂਦਾ ਹੈ ਤਾਂ ਰਸਤੇ ਵਿੱਚ ਉਹ ਇੱਕ ਚਿੜੀ ਦੇ ਬੱਚੇ ਦੀ ਮਦਦ ਕਰਦਾ ਹੈ। ਹਾਂਜੀ ਬੱਚਿਓ, ਹੁਣ ਤੁਸੀਂ ਸਾਰੇ ਆਪਣੇ ਬੁੱਕਸ ਦਾ ਪੰਨਾ ਨੰਬਰ 34 ਨਿਕਾਲੋ। ਅਸੀਂ ਸਭ ਤੋਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਲਿਖਾਂਗੇ। ਸੈਕਿੰਡ ਪੈਰਾ, ਫਸਟ ਵਰਡ, ਧੰਨਵਾਦੀ ਗੀਤ ਗਾਉਣਾ, ਮਹਿਮਾ ਗਾਉਣੀ, ਟੂ ਸਿੰਗ ਪ੍ਰੇਜ਼ਸ। ਨੈਕਸਟ ਵਰਡ, ਚੱਕਰ ਲਾਇਆ, ਆਲੇ ਦੁਆਲੇ ਘੁੰਮਣਾ, ਮੂਵ ਅਰਾਊਂਡ। ਨੈਕਸਟ ਵਰਡ, ਬਦਲ ਗਿਆ, ਤਬਦੀਲ ਹੋ ਗਿਆ, ਚੇਂਜਡ। ਐਂਡ ਨੈਕਸਟ, ਅਮੀਰ, ਇਸ ਦਾ ਅਰਥ ਹੈ ਧਨੀ। ਇੰਗਲਿਸ਼ ਵਰਡ ਰਿਚ। ਕਿਸੇ ਵੀ ਚੀਜ਼ ਦੀ ਕਮੀ ਨਾ ਹੋਣਾ, ਇੱਕ ਫਰੇਜ਼ ਹੈ ਕਿਸੇ ਵੀ ਚੀਜ਼ ਦੀ ਥੋੜ੍ਹ ਨਾ ਹੋਣਾ। ਇੰਗਲਿਸ਼ ਮੀਨਿੰਗ, ਡੋਂਟ ਮਿਸ ਆਊਟ ਔਨ ਐਨੀਥਿੰਗ। ਨੈਕਸਟ ਵਰਡ, ਈਰਖਾ ਹੋਣੀ, ਇਹ ਵੀ ਇੱਕ ਫਰੇਜ਼ ਹੈ ਜਲਨ ਹੋਣੀ, ਜੈਲਸੀ। ਨੈਕਸਟ ਵਰਡ, ਲੱਭਦੇ, ਭਾਲਦੇ, ਇੰਗਲਿਸ਼ ਮੀਨਿੰਗ ਫਾਈਂਡ। ਨੈਕਸਟ ਵਰਡ, ਜ਼ਾਲਮ, ਇਸ ਦਾ ਅਰਥ ਹੈ ਅਤਿਆਚਾਰੀ, ਇੰਗਲਿਸ਼ ਮੀਨਿੰਗ ਕਰੂਲ। ਨੈਕਸਟ ਵਰਡ, ਲਾਲਚੀ, ਇਸ ਦਾ ਅਰਥ ਹੈ ਲੋਭੀ ਐਂਡ ਇੰਗਲਿਸ਼ ਮੀਨਿੰਗ ਗ੍ਰੀਡੀ। ਨੈਕਸਟ ਵਰਡ, ਉਮੀਦ, ਇਸ ਦਾ ਅਰਥ ਹੈ ਆਸ ਐਂਡ ਇੰਗਲਿਸ਼ ਮੀਨਿੰਗ ਹੋਪ। ਨੈਕਸਟ ਪੇਜ। ਫਸਟ ਵਰਡ, ਸੈਂਕੜੇ ਸਿਪਾਹੀ, ਇਸ ਦਾ ਅਰਥ ਹੈ ਕਈ ਸੌ ਫੌਜੀ, ਇੰਗਲਿਸ਼ ਮੀਨਿੰਗ 100 of soldiers। ਨੈਕਸਟ ਵਰਡ, ਅੰਗ ਅੰਗ ਦੁਖਣਾ, ਇਸ ਦਾ ਅਰਥ ਹੈ ਸਰੀਰ ਦਾ ਹਰ ਹਿੱਸਾ ਦੁਖਣਾ, ਇੰਗਲਿਸ਼ ਮੀਨਿੰਗ ਪੇਨ ਇਨ ਐਵਰੀ ਪਾਰਟ ਆਫ ਦਾ ਬੋਡੀ। ਨੈਕਸਟ ਵਰਡ, ਫੁੰਕਾਰੇ ਮਾਰਦੇ, ਇਸ ਦਾ ਅਰਥ ਹੈ ਫੂਕਾ ਮਾਰਦੇ, ਇੰਗਲਿਸ਼ ਮੀਨਿੰਗ ਬਲੋਇੰਗ। ਨੈਕਸਟ ਵਰਡ, ਤਬਾਹ ਕਰਨਾ, ਇਹ ਵੀ ਇੱਕ ਫਰੇਜ਼ ਹੈ, ਇਸ ਦਾ ਅਰਥ ਹੈ ਬਰਬਾਦ ਕਰਨਾ, ਡਿਸਟਰਾਇਡ। ਨੈਕਸਟ ਵਰਡ, ਹਾਲਤ ਬਹੁਤ ਮਾੜੀ ਹੋਣੀ, ਇਸ ਦਾ ਅਰਥ ਹੈ ਖਰਾਬ ਹਾਲਤ, ਇੰਗਲਿਸ਼ ਮੀਨਿੰਗ ਪੂਅਰ ਕੰਡੀਸ਼ਨ। ਨੈਕਸਟ ਵਰਡ, ਭੁੱਲ ਬਖਸ਼ਾਉਣਾ, ਇਹ ਵੀ ਇੱਕ ਫਰੇਜ਼ ਹੈ ਗੁਨਾਹਾਂ ਦੀ ਮਾਫੀ ਮੰਗਣਾ, ਇਸ ਦਾ ਇੰਗਲਿਸ਼ ਮੀਨਿੰਗ ਹੈ ਫੋਰਗਿਵਨੈਸ। ਨੈਕਸਟ ਵਰਡ, ਅਰਦਾਸ ਕਰਨ ਲੱਗਾ, ਇਸ ਦਾ ਅਰਥ ਹੈ ਬੇਨਤੀ ਕਰਨ ਲੱਗਾ, ਇੰਗਲਿਸ਼ ਮੀਨਿੰਗ ਬਿਗੇਨ ਟੂ ਪ੍ਰੇ। ਨੈਕਸਟ ਵਰਡ, ਅਥਰੂ ਆ ਗਏ, ਇਹ ਵੀ ਇੱਕ ਫਰੇਜ਼ ਹੈ, ਇਸ ਦਾ ਅਰਥ ਹੈ ਹੰਝੂ ਆ ਗਏ, ਟੀਅਰਸ ਕੇਮ। ਨੈਕਸਟ ਵਰਡ, ਗਲਵਕੜੀ ਪਾ ਕੇ, ਇਸ ਦਾ ਅਰਥ ਹੈ ਜੱਫੀ, ਇੰਗਲਿਸ਼ ਮੀਨਿੰਗ ਹੱਗ। ਹੁਣ ਬੱਚਿਓ ਅਸੀਂ ਇਸ ਚੈਪਟਰ ਦੀ ਰੀਡਿੰਗ ਸਟਾਰਟ ਕਰਾਂਗੇ। ਹਾਂਜੀ। ਇੱਕ ਦਿਨ ਉਸਨੇ ਵੇਖਿਆ ਇੱਕ ਛੋਟੀ ਜਿਹੀ ਚਿੜੀ ਉਸ ਦੀ ਝੌਂਪੜੀ ਉੱਤੇ ਬੈਠੀ ਹੈ। ਉਹ ਉਹੀ ਚਿੜੀ ਸੀ ਜਿਸ ਨੂੰ ਉਸਨੇ ਸੱਪ ਤੋਂ ਬਚਾਇਆ ਸੀ। ਹੁਣ ਉਹ ਉੱਡ ਸਕਦੀ ਸੀ। ਝੌਂਪੜੀ ਉੱਤੇ ਬੈਠੀ ਧੰਨਵਾਦੀ ਗੀਤ ਗਾ ਰਹੀ ਸੀ। ਫਿਰ ਉਸਨੇ ਝੌਂਪੜੀ ਦੁਆਲੇ ਇੱਕ ਚੱਕਰ ਲਾਇਆ ਤੇ ਜ਼ਮੀਨ 'ਤੇ ਇੱਕ ਵੱਡਾ ਬੀਜ ਸੁੱਟ ਕੇ ਉੱਡ ਗਈ। ਵੇਖਦੇ ਵੇਖਦੇ ਬੀਜ ਵੇਲ ਵਿੱਚ ਬਦਲ ਗਿਆ। ਵੇਲ ਵੱਡੀ ਹੁੰਦੀ ਗਈ ਤੇ ਉਸ ਵਿੱਚ ਖਰਬੂਜੇ ਲੱਗ ਗਏ। ਇੱਕ ਦਿਨ ਛੋਟੇ ਭਰਾ ਦੇ ਬੱਚਿਆਂ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ, ਕਿਉਂ ਨਾ ਆਪਾਂ ਇੱਕ ਖਰਬੂਜਾ ਤੋੜ ਕੇ ਖਾ ਲਈਏ। ਬੱਚਿਆਂ ਦੇ ਕਹਿਣ 'ਤੇ ਉਸਨੇ ਖਰਬੂਜਾ ਤੋੜਿਆ ਤੇ ਉਸ ਨੂੰ ਚਾਕੂ ਨਾਲ ਵਿਚਕਾਰੋਂ ਕੱਟਿਆ। ਖਰਬੂਜੇ ਵਿੱਚੋਂ ਸੋਨੇ ਦੇ ਸਿੱਕੇ ਨਿਕਲੇ। ਸਿੱਕੇ ਨਿਕਲ ਕੇ ਉਸਦੇ ਪੈਰਾਂ ਵਿੱਚ ਡਿੱਗ ਪਏ। ਹੌਲੀ ਹੌਲੀ ਉਹ ਬਹੁਤ ਅਮੀਰ ਹੋ ਗਿਆ। ਹੁਣ ਉਸ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ। ਹਾਂਜੀ ਬੱਚਿਓ, ਇਸ ਪੈਰੇ ਵਿੱਚ ਦੱਸਿਆ ਹੈ
ਕਿ ਕਿਸਾਨ ਦੇ ਛੋਟੇ ਪੁੱਤਰ ਨੇ ਜਿਸ ਚਿੜੀ ਦੇ ਬੱਚੇ ਦੀ ਮਦਦ ਕੀਤੀ ਸੀ, ਉਹ ਚਿੜੀ ਦਾ ਬੱਚਾ ਵੀ ਧੰਨਵਾਦ ਦੇ ਤੌਰ ਤੇ ਉਸਦੀ ਝੌਂਪੜੀ ਦੇ ਦੁਆਲੇ ਇੱਕ ਚੱਕਰ ਲਗਾ ਕੇ ਜ਼ਮੀਨ ਉੱਤੇ ਇੱਕ ਖਰਬੂਜੇ ਦਾ ਬੀਜ ਸੁੱਟਦੀ ਹੈ। ਉਹ ਬੀਜ ਵੇਲ ਵਿੱਚ ਬਦਲ ਜਾਂਦਾ ਹੈ। ਜਦੋਂ ਉਸ ਦੇ ਲੱਗੇ ਖਰਬੂਜੇ ਨੂੰ ਕੱਟਿਆ ਤਾਂ ਉਸ ਵਿੱਚੋਂ ਸੋਨੇ ਦੇ ਸਿੱਕੇ ਨਿਕਲਦੇ ਹਨ। ਇਸ ਤਰ੍ਹਾਂ ਕਿਸਾਨ ਦਾ ਛੋਟਾ ਪੁੱਤਰ ਅਮੀਰ ਹੋ ਜਾਂਦਾ ਹੈ। ਐਂਡ ਨਾਓ ਨੈਕਸਟ ਪੈਰਾ। ਜਦੋਂ ਵੱਡੇ ਭਰਾ ਨੇ ਛੋਟੇ ਭਰਾ ਦੇ ਇਸ ਤਰ੍ਹਾਂ ਅਮੀਰ ਹੋਣ ਦੀ ਗੱਲ ਪਤਾ ਲੱਗੀ ਤਾਂ ਉਸ ਨੂੰ ਈਰਖਾ ਹੋ ਗਈ। ਉਹ ਵੀ ਅਮੀਰ ਹੋਣ ਲਈ ਉਸ ਛੋਟੀ ਚਿੜੀ ਨੂੰ ਲੱਭਣ ਲੱਗਾ। ਬੱਚੇ ਨੂੰ ਲੱਭਦੇ ਲੱਭਦੇ ਉਹ ਉਸ ਦਰਖਤ ਕੋਲ ਪੁੱਜ ਗਿਆ। ਚਿੜੀ ਦਾ ਬੱਚਾ ਉਸ ਵੇਲੇ ਆਪਣੇ ਆਲ੍ਹਣੇ ਵਿੱਚ ਆਰਾਮ ਕਰ ਰਿਹਾ ਸੀ। ਉਸਨੇ ਛੋਟੀ ਚਿੜੀ ਨੂੰ ਫੜ ਲਿਆ ਤੇ ਕਹਿਣ ਲੱਗਾ, ਜੇ ਤੂੰ ਮੇਰੀ ਮਦਦ ਨਹੀਂ ਕਰੇਗਾ ਤਾਂ ਮੈਂ ਤੈਨੂੰ ਮਾਰ ਦਿਆਂਗਾ। ਬੱਚੇ ਨੂੰ ਪਤਾ ਸੀ ਕਿ ਇਹ ਆਦਮੀ ਜ਼ਾਲਮ ਤੇ ਲਾਲਚੀ ਹੈ। ਉਸਨੇ ਕੁਝ ਸੋਚ ਕੇ ਉਸਦੇ ਘਰ ਦੇ 3 ਚੱਕਰ ਲਾਏ ਤੇ ਇੱਕ ਬੀਜ ਸੁੱਟ ਦਿੱਤਾ। ਬੀਜਾਂ ਦੀ ਵੇਲ ਬਣ ਗਈ ਤੇ ਵੇਲਾਂ ਤੇ ਖਰਬੂਜੇ ਲੱਗ ਗਏ। ਆਪਣੇ ਛੋਟੇ ਭਰਾ ਵਰਗੀ ਕਿਸਮਤ ਦੀ ਉਮੀਦ ਕਰਦੇ ਹਾਂ। ਉਹ ਵੇਲ ਨਾਲ ਲੱਗੇ ਖਰਬੂਜਿਆਂ ਨੂੰ ਵੱਡਾ ਹੁੰਦੇ ਵੇਖਦਾ ਰਿਹਾ। ਫਿਰ ਇੱਕ ਉਸਨੇ ਸਭ ਤੋਂ ਵੱਡਾ ਖਰਬੂਜਾ ਤੋੜ ਕੇ ਉਸਨੂੰ ਕੱਟਿਆ ਤਾਂ ਉਸ ਵਿੱਚੋਂ ਸੋਨੇ ਦੇ ਸਿੱਕਿਆਂ ਦੀ ਥਾਂ ਸੈਂਕੜੇ ਸਿਪਾਹੀ ਨਿਕਲੇ ਜੋ ਉਸਦਾ ਸਾਰਾ ਧਨ ਲੁੱਟ ਕੇ ਲੈ ਗਏ ਤੇ ਉਸਨੂੰ ਬਹੁਤ ਕੁੱਟਿਆ। ਕੁੱਟ ਪੈਣ ਕਰਕੇ ਉਸਦਾ ਅੰਗ-ਅੰਗ ਦੁਖਦਾ ਰਿਹਾ, ਪਰ ਉਸਨੇ ਸੋਚਿਆ ਕਿ ਬਾਕੀ ਖਰਬੂਜਿਆਂ ਵਿੱਚ ਤਾਂ ਸੋਨੇ ਦੇ ਸਿੱਕੇ ਹੀ ਹੋਣਗੇ। ਉਸਨੇ ਦੂਜਾ ਖਰਬੂਜਾ ਕੱਟਿਆ ਤਾਂ ਉਸ ਵਿੱਚੋਂ ਫੁੰਕਾਰੇ ਮਾਰਦੇ ਸੱਪ ਨਿਕਲੇ ਤੇ ਉਸਦੇ ਘਰ ਵਿੱਚ ਵੜ ਗਏ। ਤੀਜਾ ਖਰਬੂਜਾ ਕੱਟਣ ਤੇ ਉਸ ਵਿੱਚੋਂ ਕਈ ਤਰ੍ਹਾਂ ਦੇ ਕੀੜੇ ਮਕੌੜੇ ਨਿਕਲੇ। ਉਹਨਾਂ ਨੇ ਉਸਦਾ ਸਾਰਾ ਘਰ ਤਬਾਹ ਕਰ ਦਿੱਤਾ। ਹਾਂਜੀ ਬੱਚਿਓ, ਇਸ ਵਿੱਚ ਦੱਸਿਆ ਹੈ ਕਿ ਕਿਸਾਨ ਦੇ ਛੋਟੇ ਪੁੱਤਰ ਦੇ ਅਮੀਰ ਹੋਣ ਤੇ ਕਿਸਾਨ ਦਾ ਵੱਡਾ ਪੁੱਤਰ ਈਰਖਾ ਕਰਦਾ ਹੈ ਅਤੇ ਚਿੜੀ ਨੂੰ ਲੱਭ ਕੇ ਫੜ ਲੈਂਦਾ ਹੈ ਅਤੇ ਉਸਨੂੰ ਮਾਰਨ ਦੀ ਧਮਕੀ ਦਿੰਦਿਆਂ ਹੋਇਆਂ ਉਸਨੂੰ ਅਮੀਰ ਬਣਾਉਣ ਲਈ ਕਹਿੰਦਾ ਹੈ। ਇਸ ਚਿੜੀ ਨੇ ਉਸਦੇ ਘਰ ਉੱਪਰ 3 ਚੱਕਰ ਲਗਾ ਕੇ ਇੱਕ ਖਰਬੂਜੇ ਦਾ ਬੀਜ ਸੁੱਟਦੀ ਹੈ, ਪਰੰਤੂ ਉਸਦੇ ਵੇਲ ਉੱਪਰ ਲੱਗੇ ਖਰਬੂਜਿਆਂ ਨੂੰ ਕੱਟਣ ਤੇ ਉਸ ਵਿੱਚੋਂ ਸਿਪਾਹੀ, ਫੁੰਕਾਰੇ ਮਾਰਦੇ ਸੱਪ ਅਤੇ ਕੀੜੇ ਮਕੌੜੇ ਨਿਕਲਦੇ ਹਨ। ਉਹ ਉਸਦਾ ਸਾਰਾ ਘਰ ਤਬਾਹ ਕਰ ਦਿੰਦੇ ਹਨ। ਨੈਕਸਟ, ਆਪਣੀ ਜਾਨ ਬਚਾਉਣ ਲਈ ਉਹ ਘਰ ਛੱਡ ਕੇ ਦੌੜ ਗਿਆ। ਹੁਣ ਉਸਦੀ ਹਾਲਤ ਬਹੁਤ ਮਾੜੀ ਹੋ ਗਈ। ਉਹ ਘਰ ਘਰ ਜਾ ਕੇ ਰੋਟੀ ਮੰਗਣ ਲੱਗਾ ਤੇ ਹਰ ਵੇਲੇ ਰੱਬ ਅੱਗੇ ਆਪਣੀ ਭੁੱਲ ਬਖਸ਼ਾਉਣ ਲਈ ਅਰਦਾਸ ਕਰਨ ਲੱਗਾ। ਇੱਕ ਦਿਨ ਉਹ ਰੋਟੀ ਮੰਗਦਾ ਮੰਗਦਾ ਆਪਣੇ ਛੋਟੇ ਭਰਾ ਦੇ ਘਰ ਕੋਲ ਪੁੱਜ ਗਿਆ। ਛੋਟੇ ਭਰਾ ਨੂੰ ਸਾਹਮਣੇ ਖੜਾ ਵੇਖ ਕੇ ਉਹ ਉੱਥੋਂ ਜਾਣ ਹੀ ਲੱਗਾ ਸੀ ਕਿ ਛੋਟੇ ਭਰਾ ਨੇ ਉਸ ਨੂੰ ਆਵਾਜ਼ ਮਾਰੀ ਤੇ ਪਿਆਰ ਨਾਲ ਵੇਖਦੇ ਹੋਏ ਕਿਹਾ, ਆ ਭਰਾਵਾ, ਆਪਾਂ ਉਹੀ ਕਰੀਏ ਜੋ ਪਿਤਾ ਜੀ ਨੇ ਕਰਨ ਲਈ ਆਖਿਆ ਸੀ। ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਤੇ ਉਸਨੇ ਛੋਟੇ ਭਰਾ ਨੂੰ ਗਲਵੱਕੜੀ ਪਾ ਲਈ। ਹਾਂਜੀ, ਇਸ ਤਰ੍ਹਾਂ ਕਿਸਾਨ ਦੇ ਵੱਡੇ ਮੁੰਡੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਰੱਬ ਅੱਗੇ ਆਪਣੇ ਗੁਨਾਹਾਂ ਦੀ ਮਾਫੀ ਲਈ ਅਰਦਾਸ ਕਰਦਾ ਹੈ। ਇੱਕ ਦਿਨ ਛੋਟਾ ਭਰਾ ਆਪਣੇ ਵੱਡੇ ਭਰਾ ਨੂੰ ਘਰ ਘਰ ਰੋਟੀ ਮੰਗਦਾ ਦੇਖਦਾ ਹੈ ਤਾਂ ਉਸਨੂੰ ਆਵਾਜ਼ ਮਾਰੀ ਅਤੇ ਪਿਆਰ ਨਾਲ ਉਸਨੂੰ ਪਿਤਾ ਜੀ ਦੀਆਂ ਦੱਸੀਆਂ ਸਿੱਖਿਆਵਾਂ ਉੱਤੇ ਚੱਲਣ ਲਈ ਕਿਹਾ ਤਾਂ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਜਾਂਦੇ ਹਨ ਤੇ ਉਸਨੇ ਛੋਟੇ ਭਰਾ ਨੂੰ ਗਲਵੱਕੜੀ ਪਾ ਲਈ। ਇਸ ਲਈ ਬੱਚਿਓ, ਹਰ ਮਨੁੱਖ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ। ਏਕਤਾ ਵਿੱਚ ਬਹੁਤ ਸ਼ਕਤੀ ਹੁੰਦੀ ਹੈ। ਜੋ ਲੋਕ ਏਕੇ ਵਿੱਚ ਰਹਿੰਦੇ ਹਨ ਉਹ ਜੀਵਨ ਵਿੱਚ ਹਮੇਸ਼ਾ ਸਫਲ ਹੁੰਦੇ ਹਨ। ਸੋ ਮੇਰੇ ਪਿਆਰੇ ਬੱਚਿਓ, ਤੁਸੀਂ ਇਹ ਸਾਰਾ ਪਾਠ ਚੰਗੀ ਤਰ੍ਹਾਂ ਰੀਡ ਅਤੇ ਰਿਵਾਈਜ਼ ਕਰਨਾ ਹੈ ਅਤੇ ਔਖੇ ਸ਼ਬਦਾਂ ਦੇ ਅਰਥ ਪੈਨਸਿਲ ਨਾਲ ਬੁੱਕਸ ਉੱਪਰ ਲਿਖਣੇ ਹਨ। ਥੈਂਕ ਯੂ।